ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸਰਦਾਰ ਨਰਿੰਦਰਪਾਲ ਸਿੰਘ। ਸਰਦਾਰ ਸਾਹਿਬ, ਕਾਂਗਰਸ ਦੇ ਵਿੱਚ ਵੱਡੀ ਟੁੱਟ ਭੱਜ ਤੋਂ ਬਾਅਦ ਖਿਲਰੇ ਅਵਸ਼ੇਸ਼ ਸਾਂਭਣ ਦੀ ਕਵਾਇਦ ਸ਼ੁਰੂ ਹੋ ਗਈ। ਬੰਬਾਰਮੈਂਟ ਤੋਂ ਬਾਅਦ ਬ੍ਰੈਡ ਸੁੱਟਣ ਦੀ ਕਵਾਇਦ ਅੰਤਰਰਾਸ਼ਟਰੀ ਹੈ। ਸੁਨੀਲ ਜਾਖੜ, ਦੂਜੇ ਬੰਨੇ ਹਰੀਸ਼ ਰਾਵਤ, ਤੀਜੇ ਬੰਨੇ ਅੰਦਰਲੇ ਵਿਚੋਲੀਏ ਜੀ, ਕਾਫੀ ਮਸ਼ਕਾਂ ਹੋ ਰਹੀਆਂ। ਲੇਕਿਨ ਪ੍ਰਤਾਪ ਸਿੰਘ ਬਾਜਵਾ ਹੌਲੀ ਜੀ ਇੱਕ ਘਰ ਤੋਂ ਦੂਜੇ ਘਰ 'ਚ ਚਲੇ ਜਾਂਦੇ ਆ, ਤੀਜੇ ਚੌਥੇ ਫਰੰਟ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੇ ਆ। ਸੁਣਿਆ ਚੰਨੀ ਮੁਸ਼ਕਲ ਦੌਰ 'ਚ ਬਾਜਵੇ ਨਾਲ ਦੋ ਚਾਰ ਗੱਲਾਂ ਕਰਦੇ ਆ, ਤੇ ਇਧਰਲੇ ਬੰਨੇ ਸਿੱਧੂ ਔਰ ਪ੍ਰਗਟ ਸਿੰਘ ਆਪਣੀ ਬਸਾਤ ਵਿਛਾਉਂਦੇ ਫਿਰਦੇ ਆ। ਲੇਕਿਨ ਅੱਜ ਫੇਰ ਸ਼ੁਰੂਆਤ ਇੱਕ ਬਹੁਤ ਸਕਾਰਾਤਮਕ ਖਬਰ ਤੋਂ, ਅੱਜ ਫਿਰ ਸ਼ੁਰੂਆਤ ਰਾਦਰ ਇੱਕ ਨਹੀਂ ਦੋ ਸਕਾਰਾਤਮਕ ਖਬਰਾਂ ਬਹੁਤ ਜਲਦੀ ਵਾਪਸ ਮੁੜਦੇ ਆ। ਦੋਸਤੋ, ਜਥੇਦਾਰ ਜੋਗਿੰਦਰ ਸਿੰਘ ਵਦਾਂਤੀ, ਜਦੋਂ ਮੈਂ ਪਿਛਲੀ ਵਾਰ ਉਹਨਾਂ ਨੂੰ ਮਿਲਿਆ ਤੇ ਉਹ ਘੇਰਾ ਸੀ, ਕੈਂਪਸ ਸੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ, ਧਰਮ ਅਧਿਐਨ ਵਿਭਾਗ ਦੇ ਵਿੱਚ ਇੱਕ ਜਥੇਦਾਰ ਪੜ੍ਹਾ ਰਿਹਾ ਹੋਵੇ, ਇੱਕ ਵੱਖਰੀ ਤਰ੍ਹਾਂ ਦਾ ਅਨੁਭਵ ਸੀ। ਮੇਰੇ ਨਾਲ ਉਹਨਾਂ ਪ੍ਰੋਮਿਸ ਕੀਤਾ ਸੀ ਕਿ ਇਸ ਵਾਰੀ ਜੂਨ 84 ਦੇ ਮੌਕੇ ਤੇ ਪੁਰਾਣੇ ਦੱਬੇ ਦਫਨ ਰਾਜ ਜ਼ਰੂਰ ਖੋਲੂੰਗਾ। ਲੇਕਿਨ ਅਫਸੋਸ ਉਹ ਚਲੇ ਗਏ। ਲੇਕਿਨ ਜਾਣ ਤੋਂ ਪਹਿਲਾਂ ਕੁਝ ਐਸੇ ਕਰਮ ਉਹਨਾਂ ਦੇ ਨਾਂ ਬੋਲਦੇ ਆ। ਜਾਣ ਲੱਗਿਆ ਵੀ ਇਨਸਾਨ ਜਿਵੇਂ ਜਾਂਦਾ, ਸਰਦਾਰ ਸਾਹਿਬ ਦੱਸਣਗੇ ਤੁਹਾਨੂੰ ਕਿ ਕਿੰਨੀ ਖੂਬਸੂਰਤ ਮੌਤ ਹੈ। ਲੇਕਿਨ ਉਹਦੇ ਨਾਲ ਹਾਲਾਂਕਿ ਮੌਤ ਕਦੇ ਖੂਬਸੂਰਤ ਨਹੀਂ ਹੁੰਦੀ, ਸਵਾਸਾਂ ਦਾ ਨਿਕਲਣਾ ਇੱਕ ਲਾਜ਼ਮ ਪ੍ਰਕਿਰਿਆ ਹੈ। ਲੇਕਿਨ ਜਿਵੇਂ ਨਿਕਲੇ ਨੇ ਉਹ ਬੜੇ ਹੀ ਸਹਿਜ ਨੇ। ਮੈਨੂੰ ਯਾਦ ਹੈ ਕਿ ਇਹ ਸਰਦਾਰ ਜੋਗਿੰਦਰ ਸਿੰਘ ਵਦਾਂਤੀ, ਜਿਨ੍ਹਾਂ ਨੂੰ ਅਸੀਂ ਜਥੇਦਾਰ ਜੋਗਿੰਦਰ ਸਿੰਘ ਵਦਾਂਤੀ ਦੇ ਨਾਂ ਨਾਲ ਹੁਣ ਸੰਬੋਧਿਤ ਹੁੰਦੇ ਆ, ਪਹਿਲੀ ਵਾਰੀ ਏਡਾ ਵੱਡਾ ਅਹੁਦਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਸੌਖਿਆ ਨਹੀਂ ਸਾਂਭਦੇ, ਨਾ ਨੁੱਕਰ ਕਰਦੇ ਆ। ਉਦੋਂ ਇੱਕ ਬੜਾ ਤਗੜਾ ਵਿਵਾਦ ਸੀ, ਗਿਆਨੀ ਪੂਰਨ ਸਿੰਘ ਨੂੰ ਲਾਇਆ ਗਿਆ ਸੀ ਤੇ ਜੋਗਿੰਦਰ ਸਿੰਘ ਵਦਾਂਤੀ ਕਹਿੰਦੇ ਨਹੀਂ, ਮੈਂ ਆਪਣੀ ਡਿਊਟੀ, ਆਪਣੀ ਜ਼ਿੰਮੇਵਾਰੀ ਤੋਂ ਖੁਸ਼ ਹਾਂ। ਵਿਆਕਰਨ ਦਾ ਬਾਦਸ਼ਾਹ ਸੀ ਉਹ, ਲੇਕਿਨ ਜਥੇਦਾਰ ਸਾਹਿਬ ਦੇ ਨਾਂ ਵੱਡੇ ਕੰਮ ਬੋਲਦੇ ਆ। ਆਪਣੀ ਟਨਿਓਰ 'ਚ RSS ਦੇ ਖਿਲਾਫ ਰੈਜ਼ੋਲੂਸ਼ਨ ਲਿਆਉਂਦੇ ਆ, ਨਾਲ ਨਾਨਕਸ਼ਾਹੀ ਕੈਲੰਡਰ ਲਾਗੂ ਕਰਦੇ ਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਕੌਮੀ ਸ਼ਹੀਦ ਐਲਾਨਦੇ ਆ, ਤੇ ਹੋਰ ਬਹੁਤ ਕੁਝ। ਸਰਦਾਰ ਸਾਹਿਬ, ਮੌਤ ਕਿਵੇਂ ਹੋਈ? ਅੱਜ ਉਹਨਾਂ ਦਾ ਸੰਸਕਾਰ ਹੋ ਗਿਆ। ਲੇਕਿਨ ਕ੍ਰੈਡਿਟ ਮੌਜੂਦਾ, ਤੁਹਾਡੇ 100 ਇਖਤਲਾਫਾਤ ਹੋਣਗੇ, ਸਾਡੀਆਂ ਵੀ 100 ਵਿਚਾਰਧਾਰਕ ਵਖਰੇਵੇਂ ਹੋਣਗੇ, ਸਮਝ ਇੱਕ ਪੱਧਰ ਤੇ ਨਹੀਂ ਪਨਪਦੀ। ਲੇਕਿਨ ਬੀਬੀ ਜਗੀਰ ਕੌਰ ਮੌਜੂਦਾ ਪ੍ਰਧਾਨ, ਜਿਵੇਂ ਉਹਨਾਂ ਨੇ ਜ਼ਿੰਮੇਵਾਰੀ ਓੜ ਕੇ ਅੰਤਮ ਸੰਸਕਾਰ ਦੀਆਂ ਰਸਮਾਂ, ਜਗ੍ਹਾ ਦਾ ਪ੍ਰੋਵਾਈਡ ਕਰਾਉਣਾ ਤੇ ਲਗਾਤਾਰ 2 ਦਿਨ 3 ਦਿਨ ਤੋਂ ਪਰਿਵਾਰ ਦੇ ਵਿੱਚ ਮੂਹਰੇ ਜ਼ਿੰਮੇਵਾਰੀ ਨਿਭਾਉਣੀ, ਕੌਮ ਆਪਣੇ ਲੋਕਾਂ ਨੂੰ ਇਵੇਂ ਸਨਮਾਨ ਦੇ ਵੀ ਬਣਦਾ ਹੈ। ਸਾਡੇ ਕਹਿੰਦੇ ਹੁੰਦੇ ਆ ਵੀ ਲਿਆਉਂਦੇ ਤਾਂ ਹਾਥੀ ਤੇ ਚੜਾ ਕੇ ਤੇ ਜਾਂਦਿਆਂ ਜਿਵੇਂ ਭੇਜਦੇ ਆ, ਪਤਾ ਹੀ ਹੈ ਕਿੰਨੇ ਸਕੱਤਰ ਇਵੇਂ ਚਲੇ ਗਏ, ਕਿੰਨਾ ਕੁਝ ਹੋਇਆ। ਲੇਕਿਨ ਸਰਦਾਰ ਸਾਹਿਬ, ਮੈਨੂੰ ਇਹ ਦੱਸਿਓ ਕਿ ਬਹੁਤ ਸੰਖੇਪ ਚ ਗੱਲ ਕਰਨੀ ਹੈ ਕਿ ਉਹਨਾਂ ਦੀ ਜੋਗਿੰਦਰ ਸਿੰਘ ਵਦਾਂਤੀ ਦੀ ਮੌਤ ਕਿੰਨੀ ਸਹਿਜ ਹੁੰਦੀ ਆ। ਕਹਿੰਦੇ ਸਹਿਜ ਪਾਠ ਕਰਦੇ ਬਿਮਾਰ ਹੋ ਗਏ। ਉਹਨਾਂ ਦੇ ਜੀਵਨ ਦਾ ਇੱਕ ਜਿਹੜਾ ਰੂਟੀਨ ਸੀ ਕਿ ਇੱਕ ਸਹਿਜ ਪਾਠ ਕਰ ਲਿਆ, ਦੂਸਰਾ ਸ਼ੁਰੂ ਕਰ ਦੇਣਾ ਜੀ। ਔਰ ਉਸ ਦਿਨ ਵੀ ਕਹਿੰਦੇ ਕਿ ਸ਼ਾਮ 6 ਵਜੇ ਦੇ ਕਰੀਬ ਸਹਿਜ ਪਾਠ ਕਰ ਰਹੇ ਨੇ। ਪਰਿਵਾਰ ਨੂੰ ਕਹਿੰਦੇ ਕਿ ਮੈਨੂੰ ਤਕਲੀਫ ਹੈ ਤੇ ਮੈਨੂੰ ਹਸਪਤਾਲ ਲੈ ਚਲੋ। ਹਸਪਤਾਲ ਗਏ ਨੇ, ਗੱਡੀ ਚੋਂ ਆਪ ਉਤਰੇ ਨੇ, ਉਤਰੇ ਵੀਲਚੇਅਰ ਤੇ ਬਿਠਾਇਆ, ਕਹਿੰਦੇ ਵੀ ਪੇਟ 'ਚ ਗੜਬੜ ਆ, ਫਲਸ਼ ਗਏ ਨੇ, ਹੱਥ ਪੈਰ ਧੋਤੇ ਨੇ, ਆ ਕੇ ਕਰੋਨਾ ਟੈਸਟ ਕਰਾ ਕੇ ਤੇ ਲੇਟੇ ਨੇ ਤੇ ਸਵਾਸ ਤਿਆਗ ਦਿੱਤੇ। ਬਸ ਇਹ ਤੋਂ ਗਾ ਕੁਛ ਨਹੀਂ। ਮੈਨੂੰ ਹੁਣ ਇਹ ਦੱਸਿਓ ਕਿ ਉਹਨਾਂ ਦੀ ਜੀਵਨ ਦੀਆਂ ਅਹਿਮ ਘਟਨਾਵਾਂ ਸੰਖੇਪ ਚ। ਸਭ ਤੋਂ ਪਹਿਲੀ ਗੱਲ ਇਹ ਆ ਕਿ ਸ਼ਾਇਦ ਪਹਿਲੀ ਵਾਰ ਮੈਂ ਇਹ ਦੱਸ ਦਿਆਂ ਕਿ ਸਰਦਾਰ ਨਰਿੰਦਰਪਾਲ ਸਿੰਘ ਔਰ ਜੋਗਿੰਦਰ ਸਿੰਘ ਵਦਾਂਤੀ ਆਪਸ ਵਿੱਚ ਗੂੜੇ ਮਿੱਤਰ ਸੀਗੇ। ਬਹੁਤ ਮੇਰੇ ਹਾਜ਼ਰੀ ਦੇ ਵਿੱਚ ਕਈ ਵਾਰੀ ਉਹਨਾਂ ਦੀ ਫੋਨ ਕਾਲ ਆ ਜਾਂਦੀ ਸੀ, ਕਿਸੇ ਨਾ ਕਿਸੇ ਨੇ ਮਿਲਾ ਕੇ ਦੇ ਦੇਣਾ, ਬੜੀਆਂ ਅਹਿਮ ਗੱਲਾਂ ਕਰਦੇ ਹੁੰਦੇ ਸੀ। 1977 ਦੇ ਵਿੱਚ ਸ਼੍ਰੋਮਣੀ ਕਮੇਟੀ ਇੱਕ ਫੈਸਲਾ ਕਰਦੀ ਹੈ ਕਿ ਜਿਹੜੇ ਪੁਰਾਤਨ ਸਰੂਪ ਆਉਂਦੇ ਨੇ ਇਹਨਾਂ ਨੂੰ ਕਦੀ ਵਿਚਾਰਿਆ ਹੀ ਨਹੀਂ। ਔਰ ਉਸ ਟਾਈਮ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਕਾਲਰ ਇੰਚਾਰਜ ਨੇ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ, ਤੇ ਉਹਨਾਂ ਦੇ ਨਾਲ ਜਥੇਦਾਰ ਜੋਗਿੰਦਰ ਸਿੰਘ ਵਦਾਂਤੀ, ਜਿਹੜੇ ਉਸ ਵੇਲੇ ਗ੍ਰੰਥੀ ਨੇ। ਇਹਨਾਂ ਦੀ ਡਿਊਟੀ ਲੱਗਦੀ ਕਿ ਜਿੰਨੇ ਸਰੂਪ ਸੰਸਕਾਰ ਲਈ ਗੋਇੰਦਵਾਲ ਸਾਹਿਬ ਜਾਂਦੇ ਨੇ ਉਹਨਾਂ ਨੂੰ ਪਹਿਲਾਂ ਵਾਚੋ। ਔਰ ਉਹ ਆਪ ਦੱਸਦੇ ਨੇ ਕਿ 1984 ਜੂਨ 1984 ਤੱਕ 270 ਐਸੇ ਸਰੂਪ ਜਿਨ੍ਹਾਂ ਦੀ ਚੋਣ ਹੋ ਕੇ ਰੈਫਰੈਂਸ ਲਾਇਬ੍ਰੇਰੀ ਦੇ ਅੰਦਰ ਵਿਰਾਜਮਾਨ ਸਨ। ਔਰ ਉਹਦੇ ਤੋਂ ਬਾਅਦ ਅਸੀਂ ਜਦੋਂ ਤੱਕ ਉਹਨਾਂ ਨੂੰ ਵੇਖਿਆ, ਜਦੋਂ ਵੀ ਤੁਸੀਂ ਉਹਨਾਂ ਦੇ ਘਰ ਗਏ ਹੋ, ਉਹ ਜਾਂ ਤੇ ਗੁਰਬਾਣੀ ਆਪ ਪੜ੍ਹ ਰਹੇ ਨੇ ਜਾਂ ਉਹਦਾ ਅਧਿਐਨ
ਜਾਂ ਵਿਆਕਰਣ ਦੇ ਉੱਤੇ ਤੁਸੀਂ ਕੋਈ ਸਵਾਲ ਜਿਹੜਾ ਤੁਹਾਡਾ ਅਧੂਰਾ ਨਹੀਂ ਜਾਣ ਦਿੰਦੇ। ਸ਼ਾਇਦ ਮੈਂ ਆਪਣੇ ਜੀਵਨ ਦੇ ਵਿੱਚ ਪਹਿਲੀ ਵਾਰ ਵੇਖਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿੱਚ ਉਹ ਇੱਕ ਪ੍ਰੋਜੈਕਟ ਦੇ ਉੱਤੇ ਕੰਮ ਕਰਦੇ ਨੇ ਜੀ। ਜਦੋਂ ਹੈਡ ਆਫ ਦੀ ਡਿਪਾਰਟਮੈਂਟ ਪੁੱਛਿਆ, ਮੈਂ ਕਿਹਾ ਡਾਕਟਰ ਸਾਹਿਬ ਤੁਹਾਡੇ ਕੋਲ ਕੋਈ ਪ੍ਰੈਕਟੀਕਲ ਪ੍ਰੋਫੈਸਰ ਹੋਵੇ? ਕਹਿੰਦੇ ਜੀ ਇਹਨਾਂ ਤੋਂ ਬਾਅਦ ਸਾਡੇ ਕੋਲ ਕੋਈ ਨਹੀਂ ਹੈ। ਸਰਦਾਰ ਅਮਰਜੀਤ ਸਿੰਘ ਨੂੰ? ਨਹੀਂ, ਸਾਹ ਅਮਰਜੀਤ ਸਿੰਘ ਤੋਂ ਪਹਿਲਾਂ ਸ਼ਾਇਦ ਸਾਹ ਗੁਰਨਾਮ ਸਿੰਘ ਸਾਹਿਬ। ਜੀ। ਕਹਿੰਦੇ ਨਾ ਇਹਨਾਂ ਤੋਂ ਪਹਿਲਾਂ ਸੀ, ਨਾ ਇਹਨਾਂ ਤੋਂ ਕੋਈ ਬਾਅਦ ਹੋਏਗਾ। ਔਰ ਇਸੇ ਤਰ੍ਹਾਂ ਜਿਹੜਾ ਖਡੂਰ ਸਾਹਿਬ ਵਿਖੇ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ ਜਿਹੜਾ ਗੁਰਮਤਿ ਵਿਦਿਆਲਿਆ ਚਲਾ ਰਹੇ ਨੇ, ਉੱਥੇ BA ਤੇ MA ਦੇ ਵਿਦਿਆਰਥੀਆਂ ਨੂੰ, ਧਰਮ ਦੇ ਵਿਦਿਆਰਥੀਆਂ ਨੂੰ ਆਪਣਾ ਜਾ ਕੇ ਸਿਖਾਉਂਦੇ ਸਨ। ਇੰਨਾ ਪ੍ਰੈਕਟੀਕਲ ਲਾਈਫ। ਔਰ ਜਦੋਂ ਆਉਂਦੇ ਨੇ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਹਾਲਾਤ ਐਸੇ ਸੀ ਕਿ ਜਥੇਦਾਰ ਸਾਹਿਬ ਨੇ ਕੀ ਕਰਨਾ, ਉਹਨਾਂ ਦਾ ਅਧਿਕਾਰ ਖੇਤਰ ਕੀ, ਕਿਸੇ ਨੂੰ ਪਤਾ ਹੀ ਨਹੀਂ ਸੀ। 29 ਮਾਰਚ 2000 ਨੂੰ ਜਿਹੜਾ ਪਹਿਲਾ ਆਦੇਸ਼ ਸ਼੍ਰੋਮਣੀ ਕਮੇਟੀ ਨੂੰ ਹੁੰਦਾ, ਉਹ ਇਹੀ ਸੀ, ਜਦੋਂ ਗਿਆਨੀ ਪੂਰਨ ਸਿੰਘ ਦੇ ਹੁਕਮਨਾਮੇ ਰੱਦ ਕਰ ਦਿੱਤੇ ਗਏ, ਪਹਿਲਾ ਆਦੇਸ਼ ਸੀ ਕਿ ਘੱਟੋ ਘੱਟ ਤਖਤਾਂ ਦੇ ਜਥੇਦਾਰਾਂ ਦੀ ਯੋਗਤਾ, ਉਹਨਾਂ ਦੇ ਸੇਵਾ ਨਿਯਮ, ਉਹਨਾਂ ਦੀ ਨਿਯੁਕਤੀ, ਉਹਨਾਂ ਦਾ ਅਧਿਕਾਰ ਖੇਤਰ ਤੇ ਸੇਵਾ ਮੁਕਤੀ ਦੇ ਨਿਯਮ ਤੈਅ ਕੀਤੇ ਜਾਣ। ਲੇਕਿਨ ਸਦ ਅਫਸੋਸ ਕਿ 21 ਸਾਲ ਬਾਅਦ ਵੀ ਉਹ ਨਿਯਮਾਵਲੀ ਬਣ ਨਹੀਂ ਸਕੀ। ਲੇਕਿਨ ਸਰਦਾਰ ਸਾਹਿਬ, ਸਾਡੀ ਇੱਕ ਤਰਾਸਦੀ ਹੈ ਕਿ ਕੌਮ ਦਾ ਸਭ ਤੋਂ ਉੱਚਾ ਰੁਤਬਾ ਜਿਹੜਾ ਕੌਮ ਦਾ ਆਪਣਾ ਰੁਤਬਾ ਹੈ, ਬਿਲਕੁਲ, ਜਿਹਦੇ ਪਿੱਛੇ ਸਾਨੂੰ ਕਿਸੇ ਸੰਵਿਧਾਨ ਵੱਲ ਨਹੀਂ ਵੇਖਣਾ ਪੈਂਦਾ। ਸਾਡੇ ਸੰਸਕਾਰ ਨੇ, ਸਾਡੇ ਸਰੋਕਾਰ ਨੇ, ਸਦੀਆਂ ਤੋਂ ਤੁਰੇ ਹੋ। ਤੇ ਸਾਡੇ ਜਥੇਦਾਰ ਮਿਹਨਤੀ ਨਹੀਂ ਰਹੇ, ਉਹਨਾਂ ਤੇ ਇਲਜ਼ਾਮ ਤਰਾਸ਼ੀ ਹੁੰਦੀ। ਸਾਡੇ ਜਥੇਦਾਰ ਵਿਵਾਦਾਂ 'ਚ ਰਹਿੰਦੇ, ਔਰ ਉਹਨਾਂ 'ਚ ਐਕਸੈਪਸ਼ਨ ਸੀ ਜੋਗਿੰਦਰ ਸਿੰਘ ਵਦਾਂਤੀ। ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਦਾਂਤੀ ਵਿਵਾਦਤ ਤਾਂ ਭਾਵੇਂ ਕਈ ਵਾਰ ਹੋ ਗਏ, ਲੇਕਿਨ ਬੰਦਾ ਆਖਰੀ ਸਾਹਾਂ ਤੱਕ ਪੜ੍ਹਨ ਪੜਾਉਣ ਦੀ ਪ੍ਰਕਿਰਿਆ 'ਚ ਲੱਗਿਆ ਸੀ, ਬਿਲਕੁਲ, ਤੇ ਕਿਸੇ ਦੇ ਪੰਗੇ 'ਚ ਨਹੀਂ ਸੀ। ਤੇ ਇੰਨੀਆਂ ਸੰਪਰਦਾਵਾਂ, ਪ੍ਰਧਾਨ ਮੰਤਰੀਆਂ ਤੱਕ ਕਿੰਨੀਆਂ ਸ਼ਖਸੀਅਤਾਂ ਨੇ ਉਸ ਬੰਦੇ ਨੂੰ ਯਾਦ ਕੀਤਾ ਹੈ। ਲੇਕਿਨ ਕੌਮ ਜੀਂਦੇ ਜੀ ਭੁੱਲ ਜਾਂਦੀ ਆ। ਸਾਡੇ ਤੁਹਾਡੇ ਸਮੇਤ ਅਸੀਂ ਸਾਰੇ ਅਕਿਰਤ ਘਣਤਾ ਦੇ ਨਜ਼ਰੀਓਂ ਤੁਰਦੇ ਹਾਂ। ਅਸੀਂ ਕਦੇ ਕਿਸੇ ਨੂੰ ਯਾਦ ਨਹੀਂ ਕਰਦੇ, ਆਪਣੇ ਕਾਬਲ ਬੰਦਿਆਂ ਦਾ ਮੁੱਲ ਨਹੀਂ ਪਾਉਂਦੇ, ਦੋ ਲਫ਼ਜ਼ ਵੀ ਨਹੀਂ ਜੁੜਦੇ ਸਾਡੇ ਕੋਲ ਤਾਂ ਜਿਹੜਾ ਦਿਸਦਾ ਹੈ, ਨਜ਼ਰ ਆਉਂਦਾ ਹੈ, ਅਸੀਂ ਉਹਦੇ ਨਾਲ ਯਾਰੀ ਪਾਲਦੇ ਹਾਂ, ਰਿਸ਼ਤੇ ਪਾਲਦੇ ਹਾਂ। ਸਰਦਾਰ ਸਾਹਿਬ, ਇੱਕ ਦੂਜੀ ਖਬਰ ਜੀ, ਅਮਿਤਾਭ ਬੱਚਨ ਕੱਲ ਇੱਕ ਪੱਤਰ ਜਾਰੀ ਕਰਦੇ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨਾਲ। ਸ਼ਾਇਦ ਆਪਣੀ ਉਮਰ ਦੇ ਵਿੱਚ 84 ਤੋਂ ਬਾਅਦ ਪਹਿਲੀ ਵਾਰੀ ਉਹ ਸਪਸ਼ਟੀਕਰਨ ਦਿੰਦੇ ਜੀ। ਅਮਿਤਾਭ ਬੱਚਨ ਦਾ ਸਪਸ਼ਟੀਕਰਨ ਆਉਣਾ ਕਿ 84 ਦੇ ਕਤਲਾਮ ਦੇ ਮੌਕੇ ਤੇ ਮੈਂ ਕੁਝ ਵੀ ਗਲਤ ਨਹੀਂ ਕੀਤਾ। ਉਹਨਾਂ ਨੇ ਦੂਜੇ ਨਜ਼ਰੀਏ ਤੋਂ ਸ਼ਾਇਦ ਇਹ ਵੀ ਕਿਹਾ ਕਿ ਮੈਂ ਵੀ ਸਿੱਖ ਪਰਿਵਾਰ ਚੋਂ ਆਉਣਾ, ਮੈਂ ਅੱਧਾ ਅਧੂਰਾ ਸਿੱਖ ਹਾਂ, ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰੀ ਮਾਤਾ ਜਿਹੜੀ ਤੇਜੀ ਕੌਰ ਆ, ਉਹ ਤੇਜੀ ਬਚਨ ਜਿਹੜੇ ਨੇ ਉਹ ਸਰਦਾਰਾਂ ਦੀ ਧੀ ਆ ਜੀ। ਔਰ ਇਹ ਜਿਹੜਾ ਪੱਤਰ ਆ, ਇਹ ਕੋਈ ਹੋਰ ਨਹੀਂ ਲੈ ਕੇ ਆਉਂਦਾ, ਇਹ ਲੈ ਕੇ ਆਉਂਦੇ ਨੇ ਮਹਾਰਾਸ਼ਟਰ ਤੋਂ ਜਿਹੜੇ ਸਾਡੇ ਮੈਂਬਰ ਸ਼੍ਰੋਮਣੀ ਕਮੇਟੀ ਨੇ, ਗੁਰਿੰਦਰ ਸਿੰਘ ਬਾਵਾ, ਉਹ ਲੈ ਕੇ ਆਉਂਦੇ ਨੇ। ਇਹ ਸਾਨੂੰ ਕੌਮ ਨੂੰ ਜ਼ਰੂਰ ਫੈਸਲੇ ਲੈਣੇ ਚਾਹੀਦੇ ਆ ਕਿ ਜਾਂ ਤਾਂ ਅਸੀਂ ਲੀਕ ਮਾਰ ਕੇ ਕਹੀਏ ਕਿ ਆ ਸਾਡੇ ਦੁਸ਼ਮਣ ਨੇ, ਤੇ ਜਾਂ ਅਸੀਂ ਅੱਧ ਵਿਚਾਲੇ ਜਿਹੜੀਆਂ ਵਿਸੰਗਤੀਆਂ ਨੇ ਜੋ ਅਸੀਂ ਛੱਡ ਦਿੰਨੇ ਆ, ਜਿਹਦੇ ਨਾਲ ਅਸੀਂ ਲੋਕਾਂ ਨੂੰ ਭਰਮ 'ਚ ਰਹਿਣ ਦਿੰਨੇ ਆ। ਕਿਉਂਕਿ ਸੋਸ਼ਲ ਮੀਡੀਆ ਤੇਜ਼ੀ ਨਾਲ ਗੱਲ ਕਰਦਾ ਹੈ, ਫੈਲ ਜਾਂਦੀ ਹੈ ਗੱਲ, ਔਰ ਕਈਆਂ ਦੇ ਅਸੀਂ ਦਿਲ ਦੁਖਾ ਜਾਂਦੇ ਆ। ਸਾਨੂੰ ਇੱਕ ਜ਼ਿੰਮੇਵਾਰੀ ਤੈਅ ਕਰਨੀ ਚਾਹੀਦੀ ਕਿ ਕੌਮੀ ਪੱਧਰ ਤੇ ਕੌਣ ਸਾਡਾ ਨੁਮਾਇੰਦਾ ਜਵਾਬ ਦੇਵੇ, ਕੌਣ ਨਿਯਮ ਤੈਅ ਕਰਦੇ ਕਿ ਆਹ ਦੁਸ਼ਮਣ ਹੈ, ਇਹ ਸੱਜਣ ਹੈ, ਜਾਂ ਕਿਤੇ ਵੀ ਵਿਵਾਦ ਖੜਾ ਹੋਵੇ ਉੱਤੇ ਸਪਸ਼ਟੀਕਰਨ ਕੌਮੀ ਤੌਰ ਤੇ ਆਵੇ। ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਇਹਨਾਂ ਮਾਮਲਿਆਂ 'ਚ ਅੱਗੇ ਹੋ ਕੇ ਆਪਣੀ ਸਥਿਤੀ ਸਪਸ਼ਟ ਕਰ ਦੇਣੀ ਚਾਹੀਦੀ ਸਮਾਂ ਰਹਿੰਦਿਆਂ, ਇਸ ਤੋਂ ਪਹਿਲਾਂ ਕਿ ਕਿਸੇ ਦੀ ਅਸੀਂ ਪੂਰੀ ਕਿਰਦਾਰਕੁਸ਼ੀ ਕਰ ਦਈਏ। ਸੋ ਅਮਿਤਾਭ ਬੱਚਨ ਨੂੰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਫੈਸਲਾ ਕਰਨਾ ਹੈ ਕਿ ਉਹਨਾਂ ਦੇ ਖਿਲਾਫ ਕੋਈ ਸਬੂਤ ਹੈਗਾ ਕਿ ਨਹੀਂ ਹੈਗਾ, ਉਹਨਾਂ ਨੇ ਉਹ ਗੱਲ ਕਹੀ ਹੈ ਕਿ ਨਹੀਂ ਕਹੀ। ਲੇਕਿਨ ਸਰਦਾਰ ਸਾਹਿਬ, ਜੇ ਹੁਣ ਮੈਂ ਅੱਗੇ ਚੱਲਾਂ, ਅੱਜ ਪ੍ਰਤਾਪ ਸਿੰਘ ਬਾਜਵਾ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਘਰ ਪਹੁੰਚ ਜਾਂਦੇ। ਬਿਲਕੁਲ, ਇਹ ਰਾਹ ਹੀ ਕੋਈ ਹੋਰ ਤਰ੍ਹਾਂ ਦਾ ਸੀ। ਆਮ ਤੌਰ ਤੇ ਨਾਰਾਵਾਂ ਤੇ ਲੋਕ ਘੱਟ ਹੀ ਚੱਲਦੇ, ਵਿਆਹਾਂ ਸ਼ਾਦੀਆਂ 'ਚ ਹੀ ਮਿਲਦੇ ਆ, ਜਾਂ ਕਿਸੇ ਖੁਸ਼ੀ ਗਮੀ ਦੇ ਮੌਕੇ ਤੇ ਇਕੱਠੇ ਜੱਫੀ ਪਾ ਲੈਂਦੇ ਆ। ਕੱਲ ਅਜੇ ਢੀਂਡਸਾ ਸਾਹਿਬ ਨੇ ਅਕਾਲੀ ਦਲ ਸੰਯੁਕਤ ਬਣਾਇਆ ਜੀ, ਤੇ ਪਰਸੋਂ ਚੌਥੇ 4 ਦਿਨ ਪਹਿਲਾਂ ਮੌਜੂਦਾ ਅਕਾਲੀ ਦਲ ਜਿਹੜਾ ਬਾਦਲ ਹੈ, ਇਹਦੇ ਤੇ ਕਈ ਨਵੇਂ ਇਲਜ਼ਾਮ ਆਏ। 3 SIT ਕੰਮ ਕਰ ਰਹੀਆਂ ਨੇ। ਕੈਪਟਨ ਅਮਰਿੰਦਰ ਸਿੰਘ ਫੇਸ ਸੇਵਿੰਗ ਦੇ ਚੱਕਰ 'ਚ SITs ਨੂੰ ਤੇਜ਼ੀ ਨਾਲ ਕੰਮ ਕਰਨ ਲਈ ਕਹਿ ਰਹੇ ਆ।
ਚੰਡੀਗੜ੍ਹ ਦੇ ਆਲੇ ਦੁਆਲੇ 'ਚ ਜ਼ਮੀਨਾਂ ਦੀਆਂ ਜਮਾਬੰਦੀਆਂ ਤੇ ਫੀਤੇ ਫੇਰੇ ਜਾ ਰਹੇ ਆ, ਤੇ ਅਗਲੇ ਬੰਨੇ ਡਰੱਗਸ ਕੇਸ ਨੂੰ ਮੁੜ ਕੇ ਖੰਗਾਲਣ ਦੀ ਗੱਲ ਹੋ ਰਹੀ ਆ। ਹਰ ਬੰਦਾ ਇੱਥੇ ਸੁਰਖਰੂ ਹੋਣਾ ਚਾਹੁੰਦਾ ਹੈ। ਜਿਹੜੇ ਬੇਅਦਬੀ 'ਚ ਬਰਗਾੜੀ ਵਾਲੇ ਪਾਸੇ ਗਏ, ਜਿਨ੍ਹਾਂ ਨੇ ਉੱਥੇ ਜਾ ਕੇ ਬਰਗਾੜੀ 'ਚੋਂ ਸੰਗਤ ਨੂੰ ਉਠਾ ਲਿਆ, ਧਰਨਾ ਚੁਕਾ ਲਿਆ, ਉਹ ਕਹਿੰਦੇ ਅਸੀਂ ਨੈਤਿਕ ਜ਼ਿੰਮੇਵਾਰੀ ਲੈਂਦੇ ਆ, ਅਸੀਂ ਉਦੋਂ ਗਲਤ ਕਰ ਆਏ, ਅਸੀਂ ਨਿਭਾ ਨਹੀਂ ਸਕੇ, ਸੁੱਖੀ ਰੰਧਾਵਾ ਵਰਗੇ। ਉਹ ਕਹਿੰਦੇ ਆ ਕਿ ਅਸੀਂ ਕਿਵੇਂ ਲੋਕਾਂ ਕੋਲ ਜਾਈਏ। ਲੇਕਿਨ ਕੈਪਟਨ ਅਮਰਿੰਦਰ ਸਾਹਮਣੇ ਵੀ ਇਹੀ ਗੱਲ ਕਿ ਮੈਂ ਲੋਕਾਂ 'ਚ ਕਿਵੇਂ ਜਾਣਾ, ਮੈਂ ਵੀ ਕੁਝ ਕਰਕੇ ਜਾਣਾ। ਇੱਕ ਲੜਾਈ ਘਰ 'ਚ ਆ, ਇੱਕ ਲੜਾਈ ਬਾਹਰ ਆ। ਬਾਹਰ ਸਿੱਧੀ ਲੜਾਈ ਅਕਾਲੀ ਦਲ ਦੀ ਉਸ ਮੌਕੇ ਦੀ ਸਰਕਾਰ ਦੀ ਲੀਡਰਸ਼ਿਪ ਤੇ ਆ। ਸਾਰਾ ਦੋਸ਼ ਉਹਨਾਂ ਤੇ ਆਉਂਦਾ ਕਿ ਉਹਨਾਂ ਸਮਾਂ ਰਹਿੰਦਿਆਂ ਕੰਮ ਕਿਉਂ ਨਹੀਂ ਕੀਤੇ, ਫੜੇ ਬੰਦੇ ਕਿਉਂ ਨਹੀਂ, ਸਜ਼ਾ ਕਿਉਂ ਦਵਾਈ, ਕਿਹਨੇ ਆਰਡਰ ਕੀਤੇ ਗੋਲੀ ਦੇ। ਸੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਆਉਣੇ ਆ, ਸ਼ਾਇਦ ਆਉਣ ਵੀ 2 ਮਹੀਨਿਆਂ 'ਚ, ਅੱਧੇ ਅਧੂਰੇ। ਰੌਲਾ ਵੀ ਪੂਰਾ ਪਵੇ। ਇਸ ਰੌਲੇ ਰੱਪੇ ਦੇ ਵਿੱਚ ਜੇ ਕੈਪਟਨ ਸਾਹਿਬ ਚਿਹਰਾ ਸੇਵ ਕਰ ਜਾਂਦੇ ਆ, ਸੇਫ ਕਰ ਜਾਂਦੇ ਆ, ਧੂੜ ਜੰਮੀ ਹੋਈ ਲਾ ਲੈਂਦੇ ਆ, ਉਸ ਸਥਿਤੀ 'ਚ ਪ੍ਰਤਾਪ ਸਿੰਘ ਬਾਜਵਾ ਵਰਗੇ ਲੋਕਾਂ ਦੀ ਜਿਹੜਾ ਸਟੇਟਸ ਕੋ ਆ, ਜਿਹਨੂੰ ਕਹਿੰਦੇ ਕਿ ਨਾ ਅੰਦਰ ਨਾ ਬਾਹਰ, ਉਹ ਜੈਸੇ ਥੇ ਵੈਸੇ, ਉਹ ਕਾਇਮ ਰਹਿਣਾ ਸੀ। ਫਿਰ ਸਿਆਸਤ ਦੇ ਵਿੱਚ ਕੋਈ ਵੀ ਹਾਸ਼ੀਏ ਤੇ ਤਸਲੀਮ ਨਹੀਂ ਕਰਦਾ ਆਪਣੇ ਆਪ ਨੂੰ। ਸਿਆਸਤ ਦੇ ਵਿੱਚ ਕੋਈ ਵੀ ਨਹੀਂ ਮੰਨਦਾ ਕਿ ਯਾਰ ਮੈਂ ਘਰੇ ਬੈਠਾ ਰਵਾਂ, ਮੈਨੂੰ ਕੋਈ ਪੁੱਛਣ ਹੀ ਨਾ ਆਵੇ। ਮੈਨੂੰ ਲੱਗਦਾ ਹੈ ਕਿ ਜੇ ਐਸੀ ਸਥਿਤੀ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਪੰਜਾਬ 'ਚ ਕੈਪਟਨ ਰਹਿ ਜਾਂਦੇ ਆ, ਤੇ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਣਗੇ, ਜਿਨ੍ਹਾਂ 'ਚ ਪ੍ਰਤਾਪ ਬਾਜਵਾ ਵੀ ਹੈ। ਪ੍ਰਤਾਪ ਬਾਜਵਾ ਦੀ ਇਹ ਕੋਸ਼ਿਸ਼ ਹੈ ਕਿ ਜੇਕਰ ਐਸੀ ਸਥਿਤੀ ਬਣਦੀ ਆ ਤੇ ਪੰਜਾਬ ਦੇ ਵਿੱਚ ਜਿੰਨੇ ਬੇਰੁਜ਼ਗਾਰ ਤੇ ਵਿਹਲੇ ਲੀਡਰ ਆ, ਜਿਹੜੇ ਵੱਡੇ ਲੀਡਰ ਆ, ਭਾਵੇਂ ਪਿਛਲੇ ਦਿਨਾਂ 'ਚ ਸੁਖਪਾਲ ਸਿੰਘ ਖਹਿਰਾ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨੇੜੇ ਚਲੇ ਗਏ, ਲੇਕਿਨ ਇਸ ਲੜਾਈ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਨੇੜੇ ਜਾਣਾ ਉਹਨਾਂ ਨੂੰ ਬਹੁਤਾ ਠੀਕ ਨਹੀਂ ਲੱਗ ਰਿਹਾ। ਸੁਖਪਾਲ ਸਿੰਘ ਖਹਿਰਾ ਇੱਕ ਉਸ ਕਿਸ਼ਤੀ ਵਿੱਚ ਨਹੀਂ ਜਾਣਾ ਚਾਹੁੰਦੇ ਜਿਹੜੀ ਡੱਕੇ ਡੋਲੇ ਖਾ ਰਹੀ ਹੋਵੇ। ਸੋ ਸੁਖਪਾਲ ਸਿੰਘ ਖਹਿਰਾ ਵੀ ਅਵੇਲੇਬਲ ਨੇ। ਇਸੇ ਤਰੀਕੇ ਨਾਲ ਹੋਰ ਬਹੁਤ ਸਾਰੇ ਲੀਡਰ, ਜੇ ਸਿੱਧੂ ਦੀ ਇਹ ਸਥਿਤੀ ਰਹਿੰਦੀ, ਉਹ ਵੀ ਅਵੇਲੇਬਲ ਨੇ। ਪ੍ਰਤਾਪ ਸਿੰਘ ਬਾਜਵਾ ਇੱਕ ਵਿਚੋਲੀਏ ਦਾ ਭੂਮਿਕਾ ਨਿਭਾਉਣਾ ਚਾਹ ਰਿਹਾ, ਜਿਹੜੇ ਸਾਰੀ ਤੰਦ ਇਕੱਠੀ ਕਰਕੇ ਆਪ ਵਿੱਚ ਬੇਸ ਬਣ ਜਾਣ, ਸਾਰੀ ਲੀਡਰਸ਼ਿਪ ਤੀਜੇ ਜਾਂ ਚੌਥੇ ਫਰੰਟ ਲਈ ਖੜੀ ਹੋ ਜੇ, ਤੇ ਕੱਲ ਨੂੰ ਆਮ ਆਦਮੀ ਪਾਰਟੀ ਨਾਲ ਉਹਦਾ ਸਮਝੌਤਾ ਕਰਾ ਦੇਣ ਅੱਧੋ ਅੱਧੀ ਸੀਟਾਂ 'ਚ, ਜਾਂ ਕਿਤੇ ਵੀ ਬੀਐਸਪੀ ਵੱਲ ਵੀ ਜਾਣਗੇ। ਸੋ ਅੱਜ ਜਿਹੜੀ ਪਹਿਲੀ ਗੇੜੀ ਆ ਪ੍ਰਤਾਪ ਸਿੰਘ ਬਾਜਵਾ ਦੀ, ਉਹ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹਾਸ਼ੀਏ ਤੇ ਬੈਠੇ ਬੰਦੇ ਨੇ ਆਪਣੇ ਆਪ ਨੂੰ ਪਰਖਿਆ ਹੀ ਨਹੀਂ, ਇੱਕ ਕਿੰਗ ਮੇਕਰ ਦੀ ਭੂਮਿਕਾ 'ਚ ਆਉਣ ਦਾ ਉਪਰਾਲਾ ਕੀਤਾ। ਹੁਣ ਇਹਦੇ ਅਗਲੇ ਦਿਨਾਂ ਦੇ ਵਿੱਚ ਨਤੀਜੇ ਕੀ ਹੋਣਗੇ? ਸੁਖਦੇਵ ਸਿੰਘ ਢੀਂਡਸਾ ਕੀ ਹੁੰਗਾਰਾ ਭਰਦੇ ਆ? ਸੁਖਦੇਵ ਸਿੰਘ ਢੀਂਡਸਾ ਵੀ ਪੋਜ਼ਿਟਿਵਿਟੀ ਵਾਲੇ ਪਾਸੇ ਆ। ਮੈਨੂੰ ਪਤਾ ਹੈ ਉਹ ਵੀ ਚਾਹ ਰਹੇ ਆ ਕਿ ਜੇਕਰ ਇਹ ਨਹੀਂ ਤੇ ਇਹ ਨਹੀਂ, ਮਤਲਬ ਗੇਮ ਪਲਾਨ 'ਚ ਦੂਜਾ ਤੀਜਾ ਚੌਥਾ ਪੱਖ ਵੀ ਰੱਖਿਆ ਹੁੰਦਾ। ਪਹਿਲੀ ਗੱਲ ਤੇ ਬੜੀ ਸਾਫ਼ ਤੁਸੀਂ ਕਰ ਦਿੱਤੀ ਕਿ ਦੋਨੇ ਹੀ ਘੱਟੋ ਘੱਟ ਕਦਾਵਰ ਨੇਤਾ ਨੇ ਜੀ, ਦੋਨੇ ਹੀ ਰਾਜ ਸਭਾ ਤੱਕ ਪੁੱਜੇ ਹੋਏ ਨੇ, ਕੁਦਰਤੀ ਇੱਕ ਸਾਂਝ ਬਣੀ ਹੋਈ ਹੈ ਜੀ। ਔਰ ਜਿੱਥੋਂ ਤੱਕ ਸੁੱਖੀ ਰੰਧਾਵਾ ਬਿਲਕੁਲ ਠੀਕ ਹੈ ਕਿ ਬੜਾ ਤਿੱਖੇ ਹੋ ਕੇ ਜੰਗ ਲੜਦੇ ਨੇ ਜੀ, ਲੇਕਿਨ ਸਾਰੀਆਂ ਲੜਾਈਆਂ ਜਿਹੜੀਆਂ ਨੇ ਉਹ ਅਗਰੈਸਿਵ ਹੋ ਕੇ, ਹਮਲਾਵਰ ਹੋ ਕੇ ਨਹੀਂ ਲੜੀਆਂ ਜਾਂਦੀਆਂ। ਕਈ ਲੜਾਈਆਂ ਐਸੀਆਂ ਨੇ ਜਿਹੜੀਆਂ ਸਹਿਜ ਦੇ ਵਿੱਚ ਹੀ ਤਾਕਤਵਰ ਨੂੰ ਢਾ ਮਾਰ ਦਿੰਦੀਆਂ। ਤੁਹਾਡਾ ਮਤਲਬ ਵੀ ਸਦਾ ਜੰਗ ਦੇ ਮਾਹੌਲ ਨਹੀਂ ਰਹਿੰਦੇ। ਬਿਲਕੁਲ, ਸ਼ਾਂਤੀ ਦੇ ਦਿਨਾਂ 'ਚ ਕੋਈ ਸਬਰ ਵਾਲੇ ਬੰਦੇ ਵੀ ਚਾਹੀਦੇ ਹੈ। ਸ਼ਾਂਤੀ ਵਾਲੇ ਦਿਨ ਹੀ ਅਸਲ 'ਚ ਬਗਾਵਤ ਸਿਰਜਦੇ। ਹਾਂ, ਹੁਣ ਗੁਰਦਾਸਪੁਰ ਜਿਹੜਾ ਆ ਉਹ ਕਾਂਗਰਸ ਦੇ ਪੱਖੋਂ ਬਿਲਕੁਲ ਕਮਜ਼ੋਰ ਪਿਆ ਹੋਇਆ। ਪਹਿਲਾਂ ਅਕਾਲੀ ਦਲ ਮਰ ਗਿਆ ਸੀ ਉੱਥੇ। ਬਿਲਕੁਲ, ਹੁਣ ਰਹਿ ਗਈ ਕਿ ਸੁਖਦੇਵ ਸਿੰਘ ਢੀਂਡਸੇ ਹੋਰਾਂ ਕੋਲ ਗੁਰਦਾਸਪੁਰ 'ਚ ਹੈ ਕੁਛ ਨਹੀਂ ਹੈ। ਨਹੀਂ, ਉਹਨਾਂ ਕੋਲ ਸਰਦਾਰ ਸੇਵਾ ਸਿੰਘ ਸੇਖਵਾਂ ਹੈਗੇ ਨੇ। ਮੈਂ ਕਿਹਾ ਜੀ ਇੱਕੋ ਹੀ ਸਰੂਪ ਆ ਨਾ, ਬਾਕੀ ਜਿਹੜੇ ਲੋਕ ਵਿਧਾਨ ਸਭਾ 'ਚ ਜਾਣਾ ਚਿਹਰੇ ਤੇ ਕਈ ਚਾਹੀਦੇ। ਨਹੀਂ ਸਰਦਾਰ ਸਾਹਿਬ, ਕੋਈ ਵੀ ਧਿਰ ਕਿਸੇ ਦੂਜੀ ਪਾਰਟੀ 'ਚ ਸ਼ਾਮਲ ਹੋਣ ਲਈ ਤਿਆਰ ਨਹੀਂ ਗੀ। ਬਿਲਕੁਲ, ਪ੍ਰਤਾਪ ਸਿੰਘ ਬਾਜਵਾ ਢੀਂਡਸੇ ਦੀ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ। ਲੇਕਿਨ ਜਿਹੜੀ ਲੜਾਈ ਆ, ਕਿਉਂਕਿ ਇਸ ਵੇਲੇ ਲੜਾਈ ਸਿਰਫ ਕੇਂਦਰਿਤ ਹੋ ਗਈ ਹੈ ਇੱਕ ਮੁੱਦੇ ਦੇ ਉੱਤੇ, ਬੇਅਦਬੀ ਮਾਮਲੇ ਦੇ ਉੱਤੇ। ਔਰ ਬੇਅਦਬੀ ਮਾਮਲੇ ਦੀ ਲੜਾਈ ਜਦੋਂ ਤੁਹਾਡੇ ਘਰ ਦੇ ਅੰਦਰ ਆ ਗਈ ਆ, ਪਹਿਲਾਂ ਲੜਾਈ ਦੁਸ਼ਮਣ ਨਾਲ ਲੜਨੀ ਸੀ, ਹੁਣ ਤੁਸੀਂ ਆਪਸ ਵਿੱਚ ਹੀ ਲੜ ਰਹੇ ਹੋ। ਤੇ ਉਸ ਵੇਲੇ ਘੱਟੋ ਘੱਟ ਬਾਜਵਾ ਵਰਗੇ ਸ਼ਖਸ ਜਿਹੜੇ ਨੇ, ਸੁਲਝੇ ਹੋਏ ਲੋਕ ਨੇ, ਉਹ ਸੋਚਦੇ ਨੇ ਕਿ ਕੱਲ ਨੂੰ ਇਹ ਲੜਾਈ, ਜਿੱਦਾਂ ਤੁਸੀਂ ਕਿਹਾ ਹੱਲ ਲੱਭ ਜਾਵੇ, ਲੇਕਿਨ ਹੱਲ ਲੱਭਣ ਤੋਂ ਪਹਿਲਾਂ ਵੀ ਤੇ ਉਹ ਬੇਰੁਜ਼ਗਾਰ ਨੇ ਨਾ। ਬਿਲਕੁਲ ਠੀਕ ਹੈ। ਨਹੀਂ ਸਰਦਾਰ ਸਾਹਿਬ, ਦੇਖੋ ਦੋ ਪਹਿਲੂ ਨੇ। ਇੱਕ ਤਾਂ ਪਹਿਲਾਂ ਅਨਾਉਂਸਮੈਂਟ ਉਹ ਕਰ ਗਏ ਸੀ, ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀਗਾ ਕਿ ਕਾਂਗਰਸ ਹਾਈ ਕਮਾਂਡ ਨੂੰ ਮੈਂ ਦੱਸਦਾ ਮੈਂ ਵਿਧਾਨ ਸਭਾ ਦੀ ਇਲੈਕਸ਼ਨ ਲੜਨੀ ਜੋ ਮਰਜ਼ੀ ਹੋ ਜਾਏ। ਬਿਲਕੁਲ, ਉਦੋਂ ਤੱਕ ਅਜੇ ਲੜਾਈ ਤਿੱਖੀ ਨਹੀਂ ਸੀ ਹੋਈ। ਲੇਕਿਨ ਉਸ ਤੋਂ ਬਾਅਦ ਜੋ ਵਾਪਰਿਆ, ਉਹ ਸਾਰੇ ਵਾਪਰਨ ਦੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਇਹ ਬਿਹਤਰ ਸਮਝਦੇ ਆ ਕਿ ਅਕਾਲੀ ਦਲ ਲੀਓਂ ਲੱਥਾ ਸੀ, ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਲੋਕ ਹੋ ਗਏ। ਬੇਅਦਬੀ ਮਾਮਲਿਆਂ 'ਚ ਜਿਹੜਾ ਵੀ ਡਿਸੀਜਨ ਆਇਆ,
ਸਮਾਂ ਰਹਿੰਦਿਆਂ ਠੀਕ ਫੈਸਲੇ ਇੱਥੇ ਵੀ ਨਹੀਂ ਹੋਏ, ਸਮਾਂ ਰਹਿੰਦਿਆਂ ਉਹਨਾਂ ਨੇ ਕਾਰਵਾਈ ਕੀਤੀ, ਸਮਾਂ ਰਹਿੰਦਿਆਂ ਫੈਸਲੇ ਇਹਨਾਂ ਵੱਲੋਂ ਵੀ ਨਹੀਂ ਹੋਏ। ਇਹਨਾਂ ਦੀ ਸਲਾਹਕਾਰ ਦੋਨੇ ਪਾਸੇ ਇੱਕੋ ਜਿਹੇ ਸੀ, ਲੈ ਬੈਠੇ ਡੁੱਬਦੇ। ਸਲਾਹਕਾਰ ਜਿਹੜੇ ਸੀ ਜੇ ਉਧਰ ਸਹੀ ਨਹੀਂ ਸੀ, ਜੇ ਉਧਰ ਲੈ ਡੁੱਬੇ ਤੇ ਇੱਧਰ ਵਾਲਿਆਂ ਨੇ ਵੀ ਘੱਟ ਨਹੀਂ ਕੀਤੀ। ਲੇਕਿਨ ਸਰਦਾਰ ਸਿਰਫ ਇੱਕ ਆਵਾਜ਼ ਜਿਹੜੀ ਆ, ਉਹ ਤੁਹਾਨੂੰ ਲੱਗਦਾ ਕਿ ਉਸ ਆਵਾਜ਼ ਨੇ ਪੂਰੇ ਕਾਂਗਰਸ ਦੇ ਖੇਮੇ ਦੇ ਵਿੱਚ ਹਲਚਲ ਮਚਾ ਦਿੱਤੀ ਆ। ਉਸੇ ਆਵਾਜ਼ ਨੇ ਸੁੱਖੀ ਰੰਧਾਵੇ ਨੂੰ ਬਾਗੀ ਕੀਤਾ, ਉਸੇ ਆਵਾਜ਼ ਨੇ ਦੂਸਰੇ ਲੋਕਾਂ ਨੂੰ। ਨਹੀਂ ਮੈਂ ਫਿਰ ਰਿਪੀਟ ਕਰਾਂ, ਪਹਿਲੀ ਗੱਲ ਤੇ ਸੁਖਜਿੰਦਰ ਸਿੰਘ ਰੰਧਾਵਾ ਜਾਂ ਪ੍ਰਗਟ ਸਿੰਘ ਜਾਂ ਜਿਹੜੇ ਚੰਨੀ ਨੇ ਉਹ ਬਾਗੀਆਂ 'ਚ ਅਜੇ ਨਹੀਂ ਆਉਂਦੇ, ਅਜੇ ਉਹ ਕਾਂਗਰਸ ਦੀ ਗੇਮ ਖੇਡ ਰਹੇ ਆ ਪੂਰੀ ਤਰ੍ਹਾਂ, ਅਜੇ ਬਾਗੀ ਨਹੀਂ ਮੰਨਾਂਗੇ। ਕੈਪਟਨ ਬਾਗੀ ਦੇਖੋ, ਕਾਰਨ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਸ਼ਰੇਆਮ ਕਹਿ ਦਿੰਦੇ ਹੋ ਕੁਛ ਜੋ ਮਰਜ਼ੀ ਆ, ਭਰੀ ਸਭਾ ਦੇ ਵਿੱਚ ਜੇ ਸੁੱਖੀ ਰੰਧਾਵਾ ਨੂੰ ਤੁਸੀਂ ਇਹ ਸੋਚਦੇ ਹੋ ਕਿ ਇਹ ਸਾਡਾ ਸਾਥੀ ਨਹੀਂ ਹੈ, ਤੇ ਜੇ ਤੁਸੀਂ ਉਹਦੇ ਇੱਕ ਛੋਟੇ ਜਿਹੇ ਬਿਆਨ ਨੂੰ ਲੈ ਕੇ ਉਹਨੂੰ ਐਸਾ ਕੋਈ ਕੌੜਾ ਲਫ਼ਜ਼ ਕਹਿ ਦਿੰਦੇ ਹੋ ਤੇ ਫਿਰ ਉਹ ਬਾਗੀ ਆ। ਵੈਸੇ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਸੁਭਾਅ ਲਈ ਜਾਣੇ ਨਹੀਂ ਜਾਂਦੇ। ਮੈਨੂੰ ਲੱਗਿਆ ਵੀ ਸਲਾਹਕਾਰਾਂ ਨੇ ਉਦੋਂ ਤਿਆਰ ਕਰਕੇ ਮਹਾਰਾਜ ਨੂੰ ਤਿਆਰ ਕਰਕੇ ਸਜਾ ਕੇ ਭੇਜਿਆ ਸੀ ਵੀ ਜਾਂਦੇ ਹੀ ਢਾ ਲੈਣੇ। ਬਿਲਕੁਲ, ਸਲਾਹਕਾਰ ਜਿਹੜੇ ਨੇ ਪਹਿਲੇ ਵੀ ਕੇਸ 'ਚ ਸਲਾਹਕਾਰ ਆ, ਦੂਜੇ ਕੇਸ ਵੀ ਸਲਾਹਕਾਰ ਆ। ਉਹ ਗੱਲ ਵੱਖਰੀ ਹੈ ਕਿ ਹੁਣ ਜਿਹੜਾ ਉਹ ਬ੍ਰੈਡ ਤੋਂ ਬੰਬ ਤੋਂ ਬਾਅਦ ਬ੍ਰੈਡ ਵਾਲੀ ਪਾਲਿਸੀ ਆ, ਉਹ ਕਹਿੰਦੀ ਕਿ ਨਹੀਂ, ਸੰਧੂ ਸਾਹਿਬ ਨੇ ਵੀ ਮਾਫੀ ਮੰਗ ਲਈ ਹੋਈ ਹੈ, ਸੰਧੂ ਸਾਹਿਬ ਨੇ ਕੁਝ ਕਿਹਾ ਹੀ ਨਹੀਂ ਸੀ। ਮੈਂ ਕਿਹਾ ਉਹ ਤਾਂ ਕਿਤੇ ਬੰਦਾ ਸ਼ਾਮ ਨੂੰ ਵਧੀਆ ਮਾਹੌਲ ਹੁੰਦਾ ਹੈ ਰਾਤ ਦਾ, ਜਿੱਦਾਂ ਦਾ ਮਾਹੌਲ ਪ੍ਰਗਟ ਸਿੰਘ ਦੱਸ ਰਿਹਾ, 19 ਵਜੇ ਤੇ ਬੰਦਾ ਥੋੜਾ ਜਿਹਾ ਰੰਗੀਨ ਮਜਾਜ ਹੋ ਹੀ ਜਾਂਦਾ। ਇਹ ਵੀ ਕਿਹਾ ਹੋਊਗਾ ਛੱਡੋ ਜੀ ਕੀ ਆਪਾਂ ਲੈਣਾ ਜੀ, ਇਕੱਠੇ ਚੱਲਦੇ ਆਂ ਜੀ। ਦੇਖੋ ਸਰਕਾਰਾਂ ਦੇ ਬੜੇ ਵੱਡੇ ਹੱਥ ਹੁੰਦੇ ਆ, ਸਰਕਾਰਾਂ ਦੀਆਂ ਬਾਹਾਂ ਬੜੀਆਂ ਲੰਮੀਆਂ ਹੁੰਦੀਆਂ ਨੇ, ਤੁਸੀਂ ਕੀ ਲੈਣਾ ਜੀ, ਐਵੇਂ ਕੋਈ ਪੰਦੀ ਦੇ ਪੋਹ ਨੂੰ ਫੜੇ ਜਾਓਗੇ, ਛੱਡੋ ਜੀ। ਪ੍ਰਗਟ ਸਿੰਘ ਸਿਆਣੇ ਸੀ, ਖਿਡਾਰੀ, ਉਹਨਾਂ ਸਮਝ ਲਿਆ ਧਮਕੀ ਆ, ਧਮਕੀ ਹੈਵੀ ਆ, ਦੇਖਿਆ ਜਾਵੇ ਤਾਂ ਧਮਕੀ ਆ, ਹੋਰ ਕੀ ਆ ਕਿ ਜਾਂ ਚੁੱਪ ਕਰ ਜਾਓ ਨਹੀਂ ਤਾਂ ਪਾਸੇ ਕਰਤੇ ਜਾਓਗੇ। ਲੇਕਿਨ ਸਰਦਾਰ ਸਾਹਿਬ ਏਡੇ ਵੱਡੇ ਡੈਮੇਜ ਤੋਂ ਬਾਅਦ ਹੁਣ ਉਹ ਤੁਹਾਡੀ ਬ੍ਰੈਡ ਵਾਲੀ ਪਾਲਿਸੀ ਸ਼ੁਰੂ ਆ। ਹਰੀਸ਼ ਰਾਵਤ ਦਾ ਬਹੁਤ ਸਾਫ਼ ਜ਼ਿਕਰ ਆ ਰਿਹਾ ਕਿ ਉਹਨਾਂ ਨੇ ਸਾਰਿਆਂ ਨਾਲ ਟੈਲੀਫੋਨਿਕਲੀ ਗੱਲ ਕੀਤੀ ਹੈ। ਦੂਜੇ ਬੰਨੇ ਜਿਹੜੇ ਜਾਖੜ ਸਾਹਿਬ ਹੈ ਉਹ ਪੂਰੇ ਸਰਗਰਮ ਹੋ ਗਏ। ਜਾਖੜ ਸਾਹਿਬ ਦੋਵਾਂ ਖੇਮਿਆਂ 'ਚ ਜਾਣੇ ਜਾਂਦੇ ਆ, ਸੁਖਜਿੰਦਰ ਰੰਧਾਵਾ ਨਾਲ ਬਹੁਤ ਯਾਰੀ ਉਹਨਾਂ ਦੀ, ਕੈਪਟਨ ਅਮਰਿੰਦਰ ਸਿੰਘ ਦੇ ਉਹ ਵਫਾਦਾਰ ਨੇ। ਇਹ ਸਾਰੇ ਘਟਨਾਕ੍ਰਮ ਦੇ ਵਿੱਚ ਕੋਸ਼ਿਸ਼ ਇਹ ਹੋ ਰਹੀ ਆ ਕਿ ਜਿਹੜੀ ਘਰ ਦੀ ਲੜਾਈ ਸੀ ਇਹਦੇ ਤੇ ਪਾਣੀ ਪਾ ਲਿਆ ਜਾਵੇ। ਬਾਹਰ ਦੀ ਲੜਾਈ ਦੇਖੋ, ਇੱਕ ਸਪਸ਼ਟ ਸੰਕੇਤ ਆ ਰਿਹਾ ਕਿ ਬਾਈਬਲ ਕਲਾਂ ਦੇ ਵਿੱਚ ਤੁਹਾਡੇ ਕੋਲ ਨਿਹਾਲ ਸਿੰਘ ਵਾਲੀ IPS ਜਿਹੜੇ ਨੇ ਉਹਨਾਂ ਦੀ ਅਗਵਾਈ ਵਾਲੀ ਸਿੱਟ ਆ, ਉਹ ਕਿਸੇ ਵੇਲੇ ਵੀ ਐਕਸ਼ਨ ਲੈ ਸਕਦੀ ਹੈ। ਪਰਮਾਰ ਸਾਹਿਬ ਨੇ, ਉਹ ਵੀ IPS ਨੇ, ਉਹਨਾਂ ਨੇ ਫੜ ਕੇ ਕੁਝ ਬੰਦੇ ਅੰਦਰ ਕਰਤੇ। ਤੀਜੇ ਬੰਨੇ LK ਯਾਦਵ ਪੂਰੀ ਤਰ੍ਹਾਂ ਸਰਗਰਮ ਨੇ। ਇਹਨਾਂ ਤਿੰਨਾਂ ਕੋਲੋਂ ਨਤੀਜੇ ਮਹੀਨੇ ਡੇਢ ਦੇ ਵਿੱਚ ਕੁਝ ਨਾ ਕੁਝ ਆਉਣਗੇ, ਰੌਲਾ ਪੂਰਾ ਪਊਗਾ। ਇੰਜ ਨਹੀਂ ਲੱਗੂਗਾ ਕਿ ਇਹ ਰਲੇ ਹੋਏ ਆ, ਇਹ ਗੱਲ ਸਪਸ਼ਟ ਹੈ। ਪਹਿਲਾਂ ਤੇ ਪਾਰਟੀ ਦੀ ਤਸੱਲੀ, ਜਿਹੜੇ ਬੰਦੇ ਕਹਿ ਰਹੇ ਰਲੇ ਹੋਏ ਆ ਜੀ, ਕਾਰਵਾਈ ਨਹੀਂ ਹੋ ਰਹੀ, ਉਹਨਾਂ ਦੀ ਤਸੱਲੀ ਹੋਊਗੀ ਕਿ ਬਹਿ ਜਾਓ, ਆ ਦੇਖੋ ਕੀ ਹੋ ਰਿਹਾ। ਦੂਜੇ ਬੰਨੇ ਜਿਹੜੇ ਬੰਦੇ ਕਹਿੰਦੇ ਸੀ ਕਿ ਸਬੂਤ ਦਿਓ, ਸੁਖਬੀਰ ਸਿੰਘ ਬਾਦਲ ਨੇ ਸਾਫ਼ ਕਿਹਾ ਸਬੂਤ ਦਿਓ। ਹੁਣ ਸਵਾਲ ਤਾਂ ਇਹ ਹੈ ਕਿ ਇਹਦੇ 'ਚ ਕੋਈ ਦੋਰਾਵਾ ਨਹੀਂ ਕਿ ਕੋਈ ਬੇਅਦਬੀ ਕਰਾਉਣ ਪੋਲੀਟੀਕਲ ਲੀਡਰ ਥੋੜੀ ਗਿਆ, ਕੋਈ ਪੋਲੀਟੀਕਲ ਲੀਡਰ ਬੇਅਦਬੀ ਕਰਾਉਣ ਨਹੀਂ ਗਿਆ। ਲੇਕਿਨ ਸਿਚੁਏਸ਼ਨ ਨੂੰ ਜਦੋਂ ਪੂਰਾ ਘੁਮਾ ਕੇ ਤੁਸੀਂ ਦੇਖਦੇ ਹੋ ਤੇ ਕਿਹੜੇ ਕਾਰਨ ਸੀ ਪਿੱਛੇ, ਕਿੱਧਰੋਂ ਇਹ ਹਾਲਾਤ ਬਣ ਗਏ, ਕਿਹਨੇ ਕ੍ਰਾਈਮ ਕੀਤਾ, ਇਹ ਅਲੱਗ ਗੱਲ ਆ। ਲੇਕਿਨ ਕ੍ਰਾਈਮ ਹੋਣ ਤੱਕ ਮਾਹੌਲ ਬਣਿਆ ਕਿਵੇਂ ਤੇ ਉਸ ਤੋਂ ਬਾਅਦ ਕਿਵੇਂ ਬਣਿਆ ਜਿਹਦੇ ਚ 2 ਬੰਦੇ ਮਾਰੇ ਜਾਂਦੇ ਆ। ਜ਼ਿੰਮੇਵਾਰੀਆਂ ਤਾਂ ਫਿਕਸ ਹੋਣਗੀਆਂ, ਜ਼ਿੰਮੇਵਾਰੀਆਂ ਕਿਹਦੀਆਂ ਫਿਕਸ ਹੁੰਦੀਆਂ ਇਹ ਅਦਾਲਤ ਨੇ ਵੇਖਣਾ ਤੇ ਇਨਵੈਸਟੀਗੇਸ਼ਨ ਏਜੰਸੀਜ਼ ਨੇ ਇਹਨਾਂ ਨੂੰ ਅੱਗੇ ਲੈ ਕੇ ਜਾਣਾ। ਲੇਕਿਨ ਇਸ ਵੇਲੇ 2022 ਦੀ ਇਲੈਕਸ਼ਨ ਤੋਂ ਪਹਿਲਾਂ ਪੂਰੀ ਗਰਮੀ ਰਹੂਗੀ, 2 ਮਹੀਨੇ ਦੇ ਵਿੱਚ ਬੜੀ ਗਰਮੀ ਰਹੂਗੀ। ਲੇਕਿਨ ਜੇਕਰ ਇਹ ਦੋਵੇਂ ਧਿਰਾਂ ਲੜਦੀਆਂ ਰਹਿੰਦੀਆਂ, ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਕੌਣ ਨਹੀਂ, ਰੌਲਾ ਪੈਂਦਾ ਰਹੂਗਾ, ਪੁਲਿਸ ਕੰਮ ਕਰਦੀ ਰਹੂਗੀ। ਇਨ ਦਾ ਮੇਨ ਟਾਈਮ ਜੇਕਰ ਦੋਵੇਂ ਤਰ੍ਹਾਂ ਪ੍ਰਮਾਣ ਨਹੀਂ ਚੜ੍ਹਦੀਆਂ ਲੋਕਾਂ ਦੀ ਨਜ਼ਰ 'ਚ ਤੇ ਅਗਲਾ ਕੌਣ ਆ? ਇਹ ਬਹੁਤ ਸਰਦਾਰ ਸਾਹਿਬ ਇੱਕ ਵੱਡਾ ਸਵਾਲ ਸੀ। ਆਖਰੀ ਸਵਾਲ ਮੈਂ ਲੱਗਿਆ, ਇੱਕ ਵੱਡਾ ਸਵਾਲ ਸੀ ਕਿ ਜਦੋਂ ਪੋਲੀਟੀਕਲ ਸਪੇਸ ਬਣ ਗਈ ਬਹੁਤ ਜ਼ਿਆਦਾ, ਇਹਨਾਂ ਦਿਨਾਂ 'ਚ ਦੋਵੇਂ ਖਲਾਅ ਪੈਦਾ ਹੋ ਗਿਆ, ਦੋਵੇਂ ਸਥਾਪਿਤ ਪਾਰਟੀਆਂ ਪੰਗੇ 'ਚ ਆ ਗਈਆਂ। ਲੇਕਿਨ ਤੀਜੇ ਬੰਨੇ ਆਮ ਆਦਮੀ ਪਾਰਟੀ ਵਰਗੇ ਔਰ ਢੀਂਡਸਾ ਗਰੁੱਪ ਵਰਗੇ ਤੇ ਬਾਕੀ ਸਾਰੇ, ਉਹਨਾਂ 'ਚ ਖਹਿਰਾ ਵੀ ਆਉਂਦਾ, ਉਹ ਸਾਰੇ ਦੇ ਸਾਰੇ ਲੋਕ ਸੁਸਰੀ ਵਾਂਗ ਸੁੱਤੇ ਰਹਿ ਗਏ। ਇਸ ਵੇਲੇ ਪੋਲੀਟੀਕਲ ਖਲਾਅ ਬਣ ਗਿਆ ਸੀ, ਸਿਆਸੀ ਤੌਰ ਤੇ ਨਿਸਲ ਹੋ ਗਿਆ ਸਾਰਾ ਕੁਝ। ਦੋਵੇਂ ਸਥਾਪਿਤ ਪਾਰਟੀਆਂ ਦੇ ਖਿਲਾਫ ਲੋਕ ਆਕਰੋਸ਼ ਸੀ, ਲੇਕਿਨ ਉਸ ਤੋਂ ਇਲਾਵਾ ਕਿਸੇ ਨੇ ਦਮ ਹੀ ਨਹੀਂ ਦਿਖਾਇਆ। ਕੋਈ ਪ੍ਰੋਗਰਾਮ ਆਮ ਆਦਮੀ ਪਾਰਟੀ ਨਹੀਂ ਦੇ ਸਕੀ ਕਿਉਂਕਿ ਕਹਿਣਗੇ ਕਿ ਕਰੋਨਾ ਸੀ। ਕੱਲ ਕਰੋਨਾ ਦੀ ਨਹੀਂ, ਵਿਧੀਵਤ ਤਰੀਕੇ ਨਾਲ ਤੁਸੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕਰ ਸਕੇ, ਕੰਪੇਨ ਨਹੀਂ ਚਲਾ ਸਕੇ, ਸੋਸ਼ਲ ਮੀਡੀਆ ਤੇ ਕੰਪੇਨ ਨਹੀਂ ਚਲਾ ਸਕੇ। ਸੋ ਇਹ ਜਿਹੜਾ ਖੜਾ ਹੈ
ਪ੍ਰਤਾਪ ਸਿੰਘ ਬਾਜਵਾ ਘਾਗ ਨੇ, ਪੁਰਾਣੇ ਬੰਦੇ ਨੇ, ਬਿਲਕੁਲ। ਦੂਰੋਂ ਬਹਿ ਕੇ ਵੇਖਦੇ ਆ ਕਿ ਜੇਕਰ ਇਹ ਦੋਵੇਂ ਪਾਰਟੀਆਂ ਸਿਰੇ ਨਹੀਂ ਚੜ ਰਹੀਆਂ, ਤੀਜਾ ਕੌਣ ਆ? ਬੀਜੇਪੀ ਜਿਹੜੀ ਆ ਉਹਨੂੰ ਪੰਜਾਬ 'ਚ ਵੰਡ ਨਹੀਂ ਦੇ ਰਹੇ ਲੋਕ, ਬਸਪਾ ਅਜੇ ਦਬਾਬੇ ਦੇ ਇੱਕ ਹਿੱਸੇ ਤੱਕ ਸਾਹਬ ਰੋਲਦੀ ਫਿਰਦੀ ਹੈ, ਤੀਜੇ ਬੰਨੇ ਆਮ ਆਦਮੀ ਪਾਰਟੀ ਅੱਗੇ ਨਾਲੋਂ ਮਾੜੀ ਸਥਿਤੀ 'ਚ ਗਈ। ਪਹਿਲੇ ਆਮ ਆਦਮੀ ਪਾਰਟੀ 2017 ਤੋਂ ਬਾਅਦ ਵਿਰੋਧੀ ਧਿਰ ਦੀ ਭੂਮਿਕਾ ਨਿਭਾ ਹੀ ਨਹੀਂ ਸਕੀ, ਬਿਲਕੁਲ, ਜਿਹੜੀ ਉਹਨੂੰ ਨਿਭਾਉਣੀ ਚਾਹੀਦੀ ਸੀ। ਥੋੜਾ ਬਹੁਤਾ ਅਕਾਲੀ ਦਲ ਅੱਗੇ ਵਧਿਆ ਸੀ, ਲੇਕਿਨ ਉਹ ਜਿੰਨੇ ਕਦਮ ਗਾਂਹ ਪੁੱਟਦੇ ਨੇ ਉਨੇ ਕਦਮ ਜਿਹੜੇ ਉਹਨਾਂ ਨੂੰ ਪਿਛਾਂ ਜਾਣਾ ਪੈ ਰਿਹਾ। ਇੱਕ ਕੁਦਰਤੀ ਵਰਤਾਰਾ ਜਿਹਦੇ ਚ ਉਹਨਾਂ ਦੀ ਗੱਲ ਹੀ ਨਹੀਂ ਬਣ ਰਹੀ। ਔਰ ਜਿੱਥੋਂ ਤੱਕ ਢੀਂਡਸਾ ਦੀ ਪਾਰਟੀ ਦਾ ਸਵਾਲ ਆ, ਢੀਂਡਸਾ ਦੇ ਕੋਲ ਬਹੁਤ ਸ਼ਾਇਦ 1 ਜਾਂ 2 ਲੋਕ ਹੀ ਨੇ ਜਿਹੜੇ ਉਹਨਾਂ ਦੇ ਵਿਧਾਨ ਸਭਾ ਦੇ ਵਿੱਚ ਬੈਠੇ ਨੇ ਜੀ, ਕੋਈ ਜ਼ਿਆਦਾ ਨਹੀਂ ਹੈ। ਔਰ ਇੰਨੇ ਲੋਕਾਂ ਦੇ ਨਾਲ ਕੰਮ ਕਰਨਾ ਵੈਸੇ ਹੀ ਬੜਾ ਔਖਾ ਹੁੰਦਾ। ਉਹ ਆਪਣੇ ਆਪ ਨੂੰ ਇੱਕ ਵਾਰ ਫੇਰ ਜਿਹੜਾ ਜਿਹਨੂੰ ਕਹਿ ਲਓ ਕਿ ਲੀਹਾਂ ਤੇ ਲਿਆ ਰਹੇ ਨੇ। ਜਦੋਂ ਉਹਨਾਂ ਦੇ ਨਾਲ ਪ੍ਰਤਾਪ ਸਿੰਘ ਬਾਜਵਾ ਵਰਗੇ ਲੋਕ ਤਰਨਗੇ, ਕੋਈ ਨੀਤੀਵਾਨ ਤੁਰਨਗੇ, ਤਾਂ ਹੀ ਲੜਾਈ ਲੜੀ ਜਾ ਸਕਦੀ। ਸਰਦਾਰ ਸਾਹਿਬ ਦੇਖੋ, ਗੱਲ ਇਹ ਹੈ ਕਿ ਜਿਹੜੀਆਂ ਸਥਾਪਤੀ ਨਾਲ ਜੁੜੀਆਂ ਪਾਰਟੀਆਂ ਨੇ ਉਹਨਾਂ ਕੋਲ ਸਾਧਨ ਬੜੇ, ਦੋਨਾਂ ਕੋਲ ਹੀ ਪੈਸੇ ਧੇਲੇ ਪੱਖੋਂ ਹੱਥ ਸੌਖੇ ਨੇ। ਜਿਹੜੀ ਰਾਜ ਕਰਦੀ ਉਹਦੇ ਕੋਲ ਤਾਂ ਹੁੰਦਾ ਹੀ ਹੈ, ਲੇਕਿਨ ਜਿਹੜੀ ਰਾਜ ਨਹੀਂ ਕਰ ਰਹੀ ਉਹ ਵੀ ਤਗੜੇ ਸਹਿੰਦੇ ਨੇ ਜੀ। ਹੁਣ ਸਵਾਲ ਇਹ ਸੀਗਾ ਕਿ ਜਦੋਂ ਮੈਂ ਢੀਂਡਸਾ ਸਾਹਿਬ ਦੀ ਗੱਲ ਕਰਾਂ, ਢੀਂਡਸਾ ਸਾਹਿਬ ਪਾਰਟੀ ਬਣਾ ਲੈਂਦੇ ਆ, ਮੁੜ ਕੇ ਬ੍ਰਹਮਪੁਰਾ ਸਾਹਿਬ ਨਾਲ ਬਿਲਕੁਲ ਜਮਾ ਜੋੜ ਕਰਨ ਲੱਗ ਪਏ ਜੀ। ਹੁਣ ਉਹ ਪਾਰਟੀ ਭੰਗ ਕਰਕੇ ਸੰਯੁਕਤ ਅਕਾਲੀ ਦਲ ਬਣ ਗਿਆ। ਹੁਣ ਜਿਹੜਾ ਸੰਯੁਕਤ ਅਕਾਲੀ ਦਲ ਆ, ਪਹਿਲਾਂ ਅਹੁਦੇਦਾਰ ਬਣਾਏ, ਫਿਰ ਸਾਰੇ ਟੁੱਟ ਗਏ, ਹੁਣ ਫਿਰ ਨਵੇਂ ਬਣਨਗੇ। ਕੱਲ ਨੂੰ ਜੇ ਇਹ ਬੈਂਸਾਂ ਨਾਲ ਕਹਿੰਦੇ ਜਾਂ ਅਸੀਂ ਖਹਿਰੇ ਨਾਲ ਜਾਂ ਅਸੀਂ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰਨਾ ਹੈ, ਕੱਲ ਨੂੰ ਫਿਰ ਪਾਰਟੀ ਭੰਗ ਹੋਊਗੀ ਜਾਂ ਦੂਜੇ ਲੋਕ ਸ਼ਾਮਲ ਹੋ ਜਾਣਗੇ ਵਿੱਚ। ਇਹ ਵੱਡਾ ਸਵਾਲ ਆ ਜੀ। ਸਵਾਲ ਤਾਂ ਇਹ ਸੀਗਾ ਕਿ ਇਹਨਾਂ ਨੂੰ ਵਿਚਾਰਧਾਰਕ ਤੌਰ ਤੇ ਲੀਕ ਖਿੱਚਣੀ ਚਾਹੀਦੀ ਕਿ ਸਾਡੇ ਇਹ ਧਾਰਮਿਕ ਖੇਤਰ ਦੇ ਮੁੱਦੇ ਨੇ, ਇਹ ਸਾਡੇ ਪੰਜਾਬ ਦੇ ਲੋਕਾਂ ਲਈ ਇਹ ਮੁੱਦੇ ਨੇ, ਇਹਨਾਂ ਨੂੰ ਆਪਣਾ ਏਜੰਡਾ ਸਪਸ਼ਟ ਕਰਕੇ ਤੁਰਨਾ ਚਾਹੀਦਾ। ਇਹਨਾਂ ਦਾ ਘੱਟੋ ਘੱਟ ਪ੍ਰੋਗਰਾਮ ਹੋਵੇ, ਇਹਨਾਂ ਦਾ ਕਲੀਅਰ ਏਜੰਡਾ ਹੋਵੇ, ਘੱਟੋ ਘੱਟ ਪ੍ਰੋਗਰਾਮ ਹੋਵੇ। ਜਿਹੜੇ ਦੂਜੇ ਆ ਰਹੇ ਆ ਉਹ ਆਪਣਾ ਪ੍ਰੋਗਰਾਮ ਲੈ ਕੇ ਆਉਣ, ਉਸ ਤੋਂ ਬਾਅਦ ਇੱਕ ਕਾਮਨ ਮਿਨੀਮਮ ਪ੍ਰੋਗਰਾਮ ਬਣ ਜਾਂਦਾ ਕਿ ਜਿਹੜੇ ਉਹ ਘੱਟੋ ਘੱਟ ਜਿਹੜਾ ਏਜੰਡਾ ਜਿੱਤੇ ਸਾਰੀਆਂ ਤਰ੍ਹਾਂ ਦੀ ਸਹਿਮਤੀ। ਬਿਲਕੁਲ ਠੀਕ ਲੈ ਆਇਓ, ਲੇਕਿਨ ਉਨਾ ਹੀ ਸਮਾਂ ਚਾਹੀਦਾ ਜੀ, ਜਿੰਨਾ ਸਮਾਂ ਇੱਧਰ ਬਹਿਬਲ ਕਲਾਂ, ਕੋਟਕਪੂਰਾ ਗੋਲੀकांड, ਬਰਗਾੜੀ ਮਸਲੇ ਦੇ ਉੱਤੇ, ਗੁਰਜਵਾਰ ਸਿੰਘ ਵਾਲਾ ਮਸਲਾ ਦੇ ਉੱਤੇ ਜਿੰਨਾ ਕੁ ਸਮਾਂ ਇੱਧਰ ਮੁਸ਼ੱਕਤ ਹੋਣੀ ਆ, ਉਨਾ ਕੀ ਸਮਾਂ ਇਹਨਾਂ ਨੂੰ ਇੱਧਰ ਮਿਲੇਗਾ ਜੇ ਇਹ ਆਪਣੇ ਆਪ ਨੂੰ ਸਥਾਪਿਤ ਕਰ ਸਕੇ। ਬਿਲਕੁਲ ਠੀਕ ਹੈ ਸਰਦਾਰ ਸਾਹਿਬ। ਤਰੀਕਾ ਕੀ ਹੈ ਕਿ ਇਹ ਇੱਕ ਏਜੰਡੇ ਤੇ ਅੱਗੇ ਤੁਰ ਪੈਂਦੇ, ਏਜੰਡਾ ਸਪਸ਼ਟ ਹੁੰਦਾ, ਉਹਦੇ ਤੋਂ ਇਹ ਡੋਲਣ ਨਾ। ਜਦੋਂ ਢੀਂਡਸਾ ਸਾਹਿਬ ਨੇ ਪਾਰਟੀ ਬਣਾਈ ਸੀ, ਉਹ ਤੋਂ ਤੁਰੰਤ ਬਾਅਦ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਜੇਕਰ ਕਹਿ ਰਹੇ ਸੀ ਕਿ ਮੈਂ ਅਕਾਲੀ ਦਲ ਨੂੰ ਸੁਰਜੀਤ ਕਰਨਾ ਹੈ, ਅਕਾਲੀ ਦਲ ਨੂੰ ਪਰੰਪਰਿਕ ਲੀਹਾਂ ਤੇ ਲਿਆਉਣਾ, ਤੇ ਉਹ ਲੀਕ ਖਿੱਚ ਕੇ ਇੱਕ ਏਜੰਡਾ ਤੈਅ ਕਰ ਦਿੰਦੇ ਕਿ ਆ ਸਾਡੀਆਂ ਤਰਜੀਹਾਂ। ਉਸ ਤੋਂ ਬਾਅਦ ਜਿਹੜਾ ਵੀ ਕੋਈ ਸ਼ਾਮਲ ਹੋਣਾ ਚਾਹੁੰਦਾ ਉਹਨਾਂ ਨੂੰ ਕਹਿੰਦੇ ਵੀ ਅਸੀਂ ਸਾਡਾ ਇਹ ਪ੍ਰੋਗਰਾਮ ਵਿੱਚੋਂ ਹੀ ਬਦਲਣਾ ਨਹੀਂਗਾ, ਇੱਥੇ ਅੱਗੇ ਤੁਰਨਾ, ਇਹਦੇ ਚ ਤੁਸੀਂ ਕੁਝ ਸ਼ਾਮਲ ਕਰਨਾ ਚਾਹੁੰਦੇ ਹੋ ਲਿਆਓ, ਕਰ ਦਿੰਦੇ ਆ। ਹੁਣ ਪੰਜਾਬ ਲਈ ਏਜੰਡਾ ਸੈੱਟ ਇਹ ਲੋਕ ਕਰਨ, ਇਹਦੇ ਵਿੱਚ ਇੱਕ ਵੱਡਾ ਮੰਚ ਬਣਾ ਦੇਣ, ਪਾਰਟੀਆਂ ਆਪੋ ਆਪਣੀਆਂ ਭਾਵੇਂ ਰਹਿਣ, ਵੱਡਾ ਮੰਚ ਬਣ ਜਾਏ, ਉਹਦੇ ਵਿੱਚ ਲੋਕ ਸ਼ਾਮਲ ਹੁੰਦੇ ਰਹਿਣ, ਇੱਕ ਸਾਂਝੀ ਲੜਾਈ ਲੜੀ ਜਾਵੇ। 2 ਸਥਾਪਿਤ ਧਿਰਾਂ ਦੇ ਮੁਕਾਬਲੇ ਇੱਕ ਤੀਜੀ ਧਿਰ ਵੱਡੇ ਚਿਹਰਿਆਂ ਵਾਲੀ ਬਣਾਈ ਜਾ ਸਕਦੀ, ਉਹਦੇ ਵਿੱਚ ਪੰਜਾਬ ਦੇ ਆਮ ਲੋਕਾਂ ਚੋਂ ਸਿਆਣੇ ਲੋਕ ਵੀ ਲਏ ਜਾ ਸਕਦੇ। ਬਿਲਕੁਲ ਹੋਣਾ ਇਹੋ ਹੀ ਆ। ਆਖਰ ਕੋਈ ਵੀ ਰੋਡ ਮੈਪ ਉਹੀ ਲੋਕ ਤਿਆਰ ਕਰ ਸਕਣਗੇ ਜਿਨ੍ਹਾਂ ਨੇ ਕਦੀ ਸਰਕਾਰਾਂ ਦੇ ਵਿੱਚ ਕੋਈ ਨਾ ਕੋਈ ਭੂਮਿਕਾ ਨਿਭਾਈ ਹੋਈ ਹੈ। ਬਿਲਕੁਲ, ਚਾਹੇ ਉਹ ਸੁਖਪਾਲ ਖਹਿਰਾ ਨੇ, ਚਾਹੇ ਡਾਕਟਰ ਧਰਮਵੀਰ ਗਾਂਧੀ ਨੇ, ਚਾਹੇ ਤੁਹਾਡੇ ਪ੍ਰਤਾਪ ਸਿੰਘ ਬਾਜਵਾ ਨੇ, ਚਾਹੇ ਸੁਖਦੇਵ ਸਿੰਘ ਢੀਂਡਸਾ ਨੇ, ਜਾਂ ਉਹਨਾਂ ਦੇ ਬੇਟੇ ਨਹੀਂ ਸਿੱਧੂ ਪ੍ਰਗਟ ਸਿੰਘ, ਸਾਰੇ ਦੇ ਸਾਰੇ ਆਉਣਗੇ। ਜਿਹੜੇ ਬੰਦੇ ਹਾਸ਼ੀਏ ਤੇ ਚਲੇ ਗਏ ਸਾਰੇ ਆ ਜਾਣਗੇ। ਇਹਨਾਂ ਸਾਰੇ ਲੋਕਾਂ ਨੇ ਬੈਠ ਕੇ ਹੀ ਬਣਾਉਣੀ ਆ, ਕਿਉਂਕਿ ਅਜੇ ਤੱਕ ਢੀਂਡਸਾ ਸਾਹਿਬ ਦੇ ਨਾਲ ਜਿੰਨੇ ਲੋਕ ਚੱਲੇ ਨੇ, ਚਾਹੇ ਉਹ ਰਣਜੀਤ ਸਿੰਘ ਤਲਵੰਡੀ ਨੇ, ਚਾਹੇ ਨਿਧੜਕ ਸਿੰਘ ਬਰਾੜ ਨੇ, ਆਖਰਕਾਰ ਉਹਨਾਂ ਦਾ ਥੋੜਾ ਬਹੁਤ ਤਜਰਬਾ ਹੈ। ਨਹੀਂ ਦੇਖੋ, ਢੀਂਡਸਾ ਸਾਹਿਬ ਦੇ ਨਾਲ ਘੱਟੋ ਘੱਟ 20 ਵੱਡੇ ਚਿਹਰੇ ਨੇ, 20 ਵੱਡੇ ਚਿਹਰੇ ਨੇ, ਲੇਕਿਨ ਕਾਫੀ ਨਹੀਂ ਨਾ ਜਦੋਂ ਤੁਹਾਡੇ ਕੋਲ 117 ਵਿਧਾਨ ਸਭਾ ਹਲਕੇ ਨੇ। ਨਹੀਂ, ਮੈਂ ਇਹੀ ਕਹਿ ਰਿਹਾ ਕਿ ਤੁਸੀਂ ਵਿਸਥਾਰ ਕਿਉਂ ਰੋਕਦੇ ਹੋ, ਤੁਸੀਂ ਸਰਗਰਮੀ ਕਿਉਂ ਰੋਕਦੇ ਹੋ? ਹਰ ਦਿਨ ਦੇ ਆਧਾਰ ਤੇ ਤੁਸੀਂ ਅੱਗੇ ਵੱਧ ਸਕਦੇ ਹੋ। ਲੇਕਿਨ ਸਵਾਲ ਇਹ ਹੈ, ਕੱਲੇ ਢੀਂਡਸਾ ਹੀ ਨਹੀਂ, ਕੱਲੇ ਖਹਿਰਾ ਹੀ ਨਹੀਂ, ਕੱਲੇ ਸਿੱਧੂ ਹੀ ਨਹੀਂ, ਕੱਲੇ ਬਾਜਵਾ ਹੀ ਨਹੀਂ, ਹੋਰ ਬਹੁਤ ਸਾਰੇ ਲੋਕ ਆ ਜਿਹੜੇ ਵੱਖ-ਵੱਖ ਖੇਤਰਾਂ ਦੇ ਮਾਹਿਰ ਨੇ, ਐਕਸਪਰਟ ਨੇ, ਜਿਹੜੇ ਪੰਜਾਬ ਦੇ ਵੱਖ-ਵੱਖ ਸ਼ੋਬਿਆਂ ਨੂੰ ਇੱਕ ਦਿਸ਼ਾ ਦੇ ਸਕਦੇ ਆ। ਪ੍ਰੋਫੈਸ਼ਨਲਿਜ਼ਮ ਚਾਹੀਦਾ। ਸਿਆਸਤ ਵੀ ਤੁਸੀਂ ਪ੍ਰੋਫੈਸ਼ਨਲੀਆਂ ਤੇ ਕਰ ਸਕਦੇ ਹੋ। ਤੁਸੀਂ ਰਵਾਇਤੀ ਤਰੀਕੇ ਦੀ ਸਿਆਸਤ ਕਰੋਗੇ, ਉਹੀ ਰਾਤਾਂ ਦੀ ਰਿਆਸਤ। ਤੁਸੀਂ ਰਾਤਾਂ ਦੇਣੀਆਂ ਕਿੱਥੋਂ ਆ? ਤੁਸੀਂ ਮੰਗ ਕੇ ਕਿਸੇ ਨੂੰ ਦਾਨ ਨਹੀਂ ਦੇ ਸਕਦੇ।
ਤੁਹਾਨੂੰ ਦਾਨ ਦੇਣ ਲਈ ਸਾਧਨ ਪੈਦਾ ਕਰਨੇ ਪੈਣਗੇ। ਤੁਸੀਂ ਰਿਆਇਤਾਂ ਵੀ ਉਨੀਆਂ ਹੀ ਦਿਓ, ਜਾਂ ਜਿਹੜੀਆਂ ਦੇਣੀਆਂ ਉਹਦੇ ਲਈ ਰਿਸੋਰਸ ਪੈਦਾ ਕਰੋ। ਜਿੰਨੀ ਲੀਕੇਜ ਆ, ਚੋਰ ਮੋਰੀਆਂ ਨੇ, ਜਿੰਨੇ ਤੁਹਾਡੇ ਅਦਾਰੇ ਘਾਟੇ 'ਚ ਨੇ, ਜਿੰਨੀ ਤੁਹਾਡੀ ਮਾਈਨਿੰਗ ਤੋਂ ਲੈ ਕੇ ਲਿਕਰ ਤੱਕ ਸਾਰੀ ਪਾਲਿਸੀ ਹੈ, ਉਹਨੂੰ ਤੁਹਾਨੂੰ ਰਿਵਿਊ ਕਰਨਾ ਪਊਗਾ। ਤੁਹਾਨੂੰ ਉਸ ਖੇਤਰ ਦੇ ਬੰਦੇ ਵਾੜਨੇ ਪੈਣਗੇ। ਤੁਹਾਡੀ ਜਿਹੜੀ ਇੰਡਸਟਰੀ ਮਰੀ ਪਈ ਆ ਉਹਦੇ 'ਚ ਸਪੋਰਟ ਸਿਸਟਮ ਲਾਉਣਾ ਪਊਗਾ। ਤੁਹਾਨੂੰ ਲੋਕਾਂ ਨੂੰ ਯਕੀਨ ਦਿਵਾਉਣਾ ਪਊਗਾ ਕਿ ਅਸੀਂ ਲੁੱਟਮਾਰ ਨਹੀਂ ਕਰਾਂਗੇ, ਅਸੀਂ ਸਿੱਧੇ ਹੋ ਕੇ ਚੱਲਾਂਗੇ। ਲੇਕਿਨ ਇਸ ਸਵਾਲ ਨੂੰ ਐਡਰੈਸ ਕਰਨ ਲਈ ਅਜੇ ਸਮਾਂ ਚਾਹੀਦਾ। ਲੇਕਿਨ ਕੈਪਟਨ ਅਮਰਿੰਦਰ ਸਿੰਘ ਵੀ ਪੂਰੇ ਜੋਸ਼ ਨਾਲ ਲੱਗੇ ਨੇ ਕਿ ਇੱਕ ਬੰਨੇ ਅੰਦਰਲੀ ਸੁੱਖ ਸ਼ਾਂਤੀ ਕਰੀਏ, ਦੂਜੇ ਬੰਨੇ ਬਾਹਰਲੇ ਬੰਨੇ ਡੰਗ ਤਿੱਖਾ ਕਰੀਏ। ਜਿਹੜੀ ਗਲਤੀ ਇੱਕ ਵਾਰੀ ਕੈਪਟਨ ਖੇਮਾ ਕਰ ਚੁੱਕਾ, ਕੈਪਟਨ ਸਾਹਿਬ ਕਰ ਚੁੱਕੇ ਨੇ, ਉਹ ਜਿਹੜੇ ਕਹਿੰਦੇ ਨੇ ਨਾ ਕਿ ਜਿਹੜੇ ਬੋਲਾਂ ਦੇ ਜ਼ਖਮ ਨੇ ਉਹ ਭਰਦੇ ਨੇ। ਆਹੋ, ਤਲਵਾਰ ਨਾਲੋਂ ਗਹਿਰੇ ਹੁੰਦੇ ਨੇ। ਆਖਰ ਇਹ ਜ਼ਖਮ ਭਰਨ ਲਈ ਸਮਾਂ ਜ਼ਰੂਰ ਚਾਹੀਦਾ। ਉਹ ਤਾਂ ਹੀ ਭਰੇਗਾ ਜੇ ਅਗਾਂਹ ਸਲਾਹ ਅਗਰ ਕੋਈ ਨਵੀਂ ਗਲਤੀ ਨਹੀਂ ਕਰਨਗੇ। ਉਹ ਜਾਣਦੇ ਹੋ ਜੀ, ਦੇਖੋ ਗੱਲ ਇਹ ਆ ਕਿ ਅਜੇ ਵੀ ਬੇਅਦਬੀ ਮਾਮਲਿਆਂ 'ਚ ਕਈ ਐਸੇ ਬੰਦੇ ਜ਼ਿੰਮੇਵਾਰ ਸੀ। ਇਸ ਮੌਕੇ ਤੇ ਕੋਰਟਾਂ ਦੇ ਵਿੱਚ ਜਾਂ ਇੱਧਰ ਉੱਧਰ ਜਿਹੜੀਆਂ ਗਲਤੀਆਂ ਹੋਈਆਂ, ਕਿਸੇ ਨੂੰ ਕੈਪਟਨ ਸਾਹਿਬ ਨੇ ਨਹੀਂ ਛੇੜਿਆ। ਉਹ ਪਾਲਿਸੀ ਉਸੇ ਤੇ ਹੀ ਚੱਲਦੇ ਆ ਕਿ ਜਿਹੜੇ ਨਾਲ ਨੇ ਦਰਬਾਰੀਆਂ ਦਾ ਕੰਮ ਦਰਬਾਰੀ ਰਹਿਣਾ। ਜੇ ਦਰਬਾਰੀ ਜਿਹੜੇ ਬਣ ਕੇ ਚੱਲਣਗੇ, ਅਦਰਵਾਈਜ਼ ਬਾਕੀਆਂ ਲਈ ਰਾਹ ਰਸਤੇ ਬਾਹਰ ਹੀ ਨੇ, ਬੜੇ ਬਾਹਰ ਤੁਰੇ ਫਿਰਦੇ ਹੋਰ ਸ਼ਾਮਲ ਹੋ ਜਾਣਗੇ। ਲੇਕਿਨ ਇੱਕ ਦਿਨ ਨਿਜ਼ਾਮ ਬਦਲ ਜਾਂਦਾ ਹੁੰਦਾ। ਕੈਪਟਨ ਸਾਹਿਬ ਨੂੰ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਚੱਲਣਾ ਚਾਹੀਦਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।